ਲਓ ਜੀ ਬੇਟਾ ਜੀ, ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਮਾਡਰਨ ਆਫਿਸ ਪ੍ਰੈਕਟਿਸਿਸ, ਜਿਹਨੂੰ ਤੁਹਾਡਾ ਵਿਸ਼ਾ ਹੈ, ਜਿਹਨੂੰ ਤੁਸੀਂ ਕਹਿੰਦੇ ਹੋ MOP, ਆਪਾਂ ਸ਼ਾਰਟ ਫਾਰਮ 'ਚ ਕਹਿੰਦੇ ਹਾਂ। ਔਰ ਪੰਜਾਬੀ ਦੇ ਵਿੱਚ ਇਸ ਦਾ ਨਾਮ ਹੈ ਆਧੁਨਿਕ ਦਫ਼ਤਰਾਂ ਦੀ ਕਾਰਜ ਵਿਧੀ ਜਾਂ ਆਧੁਨਿਕ ਦਫ਼ਤਰ ਦੀ ਕਾਰਜ ਵਿਧੀ। 10ਵੀਂ ਤੱਕ ਬੇਟੇ ਤੁਸੀਂ ਇਹਦੇ ਬਾਰੇ ਕੁਛ ਨਹੀਂ ਪੜ੍ਹਿਆ। ਇਸ ਤਰ੍ਹਾਂ ਦਾ ਕੋਈ ਵਿਸ਼ਾ ਨਹੀਂ ਸੀਗਾ, ਇਹ ਨਵਾਂ ਵਿਸ਼ਾ ਹੈ ਤੁਹਾਡੇ ਵਾਸਤੇ। ਵੈਸੇ ਤਾਂ ਕਮਰਸ ਸਾਰੀ ਹੀ ਨਵੀਂ ਹੈ ਤੁਹਾਡੇ ਸਾਰਿਆਂ ਵਾਸਤੇ, ਪਰ ਨਵੀਂ ਹੋਣ ਦਾ ਇੱਕ ਇਹ ਫਾਇਦਾ ਵੀ ਹੈ, ਤੁਹਾਨੂੰ ਨਵੇਂ ਸਬਜੈਕਟ ਹੋਣ ਦਾ ਇੱਕ ਫਾਇਦਾ ਵੀ ਹੈ ਵੀ ਇਹਦੇ ਵਿੱਚ ਹਰ ਤਰ੍ਹਾਂ ਦੇ ਬੱਚਿਆਂ ਵਾਸਤੇ ਹੀ ਇਹ ਨਵੀਂ ਚੀਜ਼ ਹੁੰਦੀ ਹੈ। ਔਰ ਆਪਾਂ ਨੂੰ ਜੇ ਪਹਿਲਾਂ ਆਪਾਂ ਕਿਤੇ ਨਾ ਕਿਤੇ ਪੜ੍ਹਾਈ ਵਿੱਚ ਕਿਸੇ ਵਿਸ਼ੇ ਦੇ ਵਿੱਚ ਆਪਾਂ ਉਹਨਾਂ ਵਧੀਆ ਪਰਫਾਰਮ ਨਹੀਂ ਵੀ ਕਰ ਸਕੇ, ਤਾਂ ਹੁਣ ਇਹ ਨਵੇਂ ਵਿਸ਼ੇ ਹੋਣ ਕਰਕੇ ਤੁਹਾਡੀ ਜੇ ਪਿਛਲੀ ਕੋਈ ਨੌਲੇਜ ਨਹੀਂ ਵੀ ਹੈ ਤਾਂ ਵੀ ਇਹੋ ਜਿਹੇ ਵਿਸ਼ਿਆਂ ਦੇ ਵਿੱਚ ਤੁਸੀਂ ਬਹੁਤ ਵਧੀਆ ਪਰਫਾਰਮ ਕਰ ਸਕਦੇ ਹੋ, ਕਿਉਂਕਿ ਇਹ ਚੀਜ਼ ਨਵੀਂ ਹੈ ਔਰ ਸਾਰਿਆਂ ਵਾਸਤੇ ਹੀ ਨਵੀਂ ਹੈ। ਤਾਂ ਜਿਹੜਾ ਇਹ ਆਪਾਂ ਨਵਾਂ ਸ਼ੁਰੂ ਕਰਨ ਜਾ ਰਹੇ ਹਾਂ ਵਿਸ਼ਾ MOP, ਇਹਦੇ ਵਿੱਚ ਬੇਟੇ ਹੋਣਾ ਕੀ ਹੈ? ਆਫਿਸ ਜਾਂ ਦਫ਼ਤਰ ਤੁਸੀਂ ਆਮ ਬੱਚਿਆਂ ਨੇ ਆਪਦੀ ਜ਼ਿੰਦਗੀ ਦੇ ਵਿੱਚ, ਜਿਵੇਂ ਆਪਾਂ ਹੁਣ ਸਕੂਲ ਦੇ ਵਿੱਚ ਹੀ ਲੈ ਲਈਏ, ਤਾਂ ਆਪਾਂ ਇਸ ਵਿਸ਼ੇ ਦੇ ਵਿੱਚ ਇਹ ਪੜ੍ਹਨਾ ਹੈ ਆਪਣੇ ਸਕੂਲ ਦੇ ਵਿੱਚ, ਜਿਵੇਂ ਆਪਣੇ ਪ੍ਰਿੰਸੀਪਲ ਸਰ ਦਾ ਆਫਿਸ ਹੈ। ਤਾਂ ਇਹ ਆਫਿਸ ਜਿਹੜਾ ਹੈ ਇਹ ਕੀ ਕੰਮ ਕਰਦਾ ਹੈ, ਸਕੂਲ ਦੇ ਵਿੱਚ ਇਹਦੀ ਕੀ ਭੂਮਿਕਾ ਹੈ, ਇਸ ਦਾ ਕੀ ਇੰਪੋਰਟੈਂਸ ਹੈ, ਇਹਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ, ਇਸ ਦੇ ਅੰਡਰ ਸਕੂਲ ਦੇ ਕਿਹੜੇ ਵਿਭਾਗ ਆਉਂਦੇ ਹਨ, ਆਫਿਸ ਨੂੰ ਪ੍ਰਬੰਧ ਕਰਨ ਵਾਲਾ, ਮੈਨੇਜਮੈਂਟ ਕਰਨ ਵਾਲਾ, ਜਿਹੜਾ ਕਿ ਉਸ ਆਫਿਸ ਨੂੰ ਚਲਾਉਂਦਾ ਹੈ, ਯਾਨੀ ਉਸ ਸਾਰੇ ਅਦਾਰੇ ਨੂੰ ਚਲਾਉਂਦਾ ਹੈ, ਆਪਣੇ ਸਕੂਲ ਨੂੰ ਚਲਾਉਂਦਾ ਹੈ, ਉਹ ਇਸ ਦੇ ਜਿਹੜੇ ਪ੍ਰਬੰਧਕ ਨੇ ਉਹ ਆਪਣੇ ਪ੍ਰਿੰਸੀਪਲ ਹੁੰਦੇ ਹਨ। ਇਹਦੇ ਬਾਰੇ ਪੜਾਂਗੇ। ਆਟੋਮੇਸ਼ਨ ਇੱਕ ਵਿਸ਼ਾ ਹੁੰਦਾ, ਇਹਦੇ ਵਿੱਚ ਆਟੋਮੇਸ਼ਨ ਦਾ ਇੱਕ ਚੈਪਟਰ ਆਏਗਾ, ਜਿਹਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਏਗਾ ਵੀ ਕਿਵੇਂ ਹੁਣ ਆਉਣ ਵਾਲਾ ਜਿਹੜਾ ਯੁੱਗ ਹੈ ਜਾਂ ਨਵੇਂ ਯੁੱਗ ਦੇ ਵਿੱਚ ਹਰ ਚੀਜ਼ ਦਾ ਮਸ਼ੀਨੀਕਰਨ ਹੋ ਗਿਆ ਹੈ। ਕੰਪਿਊਟਰ ਦੇ ਨਾਲ ਬੜੀਆਂ ਇਸ ਤਰ੍ਹਾਂ ਦੀਆਂ ਟੈਕਨੋਲੋਜੀਜ਼ ਆਪਾਂ ਯੂਜ਼ ਕਰ ਰਹੇ ਹਾਂ, ਜਿਹਦੇ ਨਾਲ ਪੁਰਾਣੇ ਸਮਿਆਂ ਵਿੱਚ ਜਿਹੜੇ ਕੰਮ ਹੱਥ ਨਾਲ ਹੁੰਦੇ ਸੀ ਉਹ ਹੁਣ ਮਸ਼ੀਨਾਂ ਨਾਲ ਹੋਣ ਲੱਗ ਗਏ ਨੇ। ਤਾਂ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਮਸ਼ੀਨਾਂ ਯੂਜ਼ ਕੀਤੀਆਂ ਜਾਂਦੀਆਂ ਨੇ, ਜਿਹੜੇ ਦਫ਼ਤਰਾਂ ਦੇ ਵਿੱਚ ਕੰਪਿਊਟਰਾਂ ਦੀ ਕੀ ਭੂਮਿਕਾ ਹੈ, ਫਿਰ ਕੰਪਿਊਟਰ ਦੇ ਵਿੱਚ ਅੱਗੇ ਕਰਦੇ ਕੀ ਹਾਂ, ਹਾਰਡਵੇਅਰ ਕੀ ਹੁੰਦਾ ਹੈ, ਸੌਫਟਵੇਅਰ ਕੀ ਹੁੰਦਾ ਹੈ, MS ਆਫਿਸ ਕੀ ਹੁੰਦਾ ਹੈ, ਪ੍ਰਿੰਟਿੰਗ ਕਿਵੇਂ ਕੀਤੀ ਜਾਂਦੀ ਹੈ, ਜੋ ਵੀ ਆਪਾਂ ਆਫਿਸ ਵਰਕ ਕਰਦੇ ਹਾਂ, ਸਕੈਨਿੰਗ ਕੀ ਹੁੰਦੀ ਹੈ, ਕਾਪਿੰਗ ਕੀ ਹੁੰਦੀ ਹੈ, ਫਿਰ ਇਹ ਆਫਿਸ ਕਿਵੇਂ ਆਪਣੇ ਅੰਡਰ ਕੰਮ ਕਰਨ ਵਾਲਿਆਂ ਨਾਲ ਸੰਚਾਰ ਕਿਵੇਂ ਕਰਦਾ ਹੈ, ਕਮਿਊਨੀਕੇਸ਼ਨ ਕਿਵੇਂ ਕਰਦਾ ਹੈ, ਜਾਂ ਆਫਿਸ ਦੇ ਵਿੱਚ ਜਿਹੜੇ ਆਪਾਂ ਈਮੇਲ ਲਿਖਦੇ ਹਾਂ ਜਾਂ ਲੈਟਰਸ ਟਾਈਪ ਕਰਦੇ ਹਾਂ ਉਹ ਕਿਵੇਂ ਲਿਖੇ ਜਾਂਦੇ ਨੇ, ਜਿਹੜਾ ਆਫਿਸ ਦਾ ਰਿਕਾਰਡ ਹੈ ਉਹ ਕਿਵੇਂ ਸੰਭਾਲਿਆ ਜਾਂਦਾ ਹੈ, ਇਹ ਜਾਂ ਜੇ ਕੋਈ ਆਪਣੇ ਕੋਲੇ ਆਂਦਾ ਹੈ ਚਿੱਠੀ ਪੱਤਰ ਕਿਵੇਂ ਲਿਖਣਾ ਹੈ, ਰਿਜ਼ਿਊਮ ਕਿਵੇਂ ਲਿਖਣਾ ਹੈ, ਫੋਟੋ ਸਟੇਟ ਮਸ਼ੀਨ ਕੀ ਹੁੰਦੀ ਹੈ, ਸਕੈਨਰ ਮਸ਼ੀਨ ਕੀ ਹੁੰਦੀ ਹੈ, ਫੈਕਸ ਮਸ਼ੀਨ ਕੀ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਬੇਟੇ ਜਿਹੜੇ ਕਿ ਤੁਸੀਂ ਜਿੰਨੇ ਵੀ ਅਦਾਰੇ ਵੇਖਦੇ ਹੋ ਅੱਜ ਕੱਲ੍ਹ, ਜਿਵੇਂ ਤੁਸੀਂ ਮੰਨ ਲਓ ਤਹਿਸੀਲ ਜਾਂਦੇ ਹੋ, ਉਹਦੇ ਵਿੱਚ ਵੀ ਤੁਹਾਨੂੰ ਆਫਿਸ ਨਜ਼ਰ ਆਉਂਦਾ ਹੈ ਜਿਹਦੇ ਵਿੱਚ ਲੋਕ ਕੰਮ ਕਰਦੇ ਨੇ, ਅਲੱਗ-ਅਲੱਗ ਇੰਪਲੋਈਜ਼ ਅਲੱਗ-ਅਲੱਗ ਕੰਮ ਕਰ ਰਹੇ ਹੁੰਦੇ ਨੇ। ਇਸੇ ਤਰ੍ਹਾਂ ਜੇ ਤੁਸੀਂ ਕਿਸੇ ਵੀ ਵੱਡੀ ਫੈਕਟਰੀ ਜਾਂ ਕੰਪਨੀ 'ਚ ਜਾਓਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਆਫਿਸ ਨਜ਼ਰ ਆਏਗਾ। ਇਸੇ ਤਰ੍ਹਾਂ ਬੈਂਕ ਜਾਓਗੇ ਤਾਂ ਉਹਦੇ ਵਿੱਚ ਵੀ ਇੱਕ ਹੈੱਡ ਆਫਿਸ ਵਿੱਚ ਮੇਨ ਜਿੱਥੇ ਮੈਨੇਜਰ ਬੈਠਾ ਹੁੰਦਾ ਹੈ ਉਹ ਆਫਿਸ ਹੁੰਦਾ ਹੈ, ਬਾਕੀ ਸਾਰੇ ਇੰਪਲੋਈਜ਼ ਉਹਦੇ ਵੱਲੋਂ ਦਿੱਤਾ ਗਿਆ ਕੰਮ ਕਰ ਰਹੇ ਹੁੰਦੇ ਹਨ। ਤਾਂ ਬੇਟੇ ਇਹ ਜਿਹੜਾ ਇੱਕ ਆਫਿਸ ਹੈ ਉਹ ਕੀ ਕੰਮ ਕਰਦਾ ਹੈ, ਉਹਦੀਆਂ ਕੀ ਭੂਮਿਕਾਵਾਂ ਨੇ, ਇਹਦੇ ਬਾਰੇ ਇਹ ਸਾਰਾ ਆਪਾਂ ਸਾਰਾ ਸਾਲ ਇਸ ਵਿਸ਼ੇ ਦੇ ਵਿੱਚ ਪੜ੍ਹਨਾ ਹੈ। ਹੁਣ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ, ਜਿਹੜਾ ਅੱਜ ਦਾ ਚੈਪਟਰ ਹੈ ਦੀ ਮਾਡਰਨ ਆਫਿਸ, ਇੱਕ ਆਧੁਨਿਕ ਦਫ਼ਤਰ, ਯਾਨੀ ਅੱਜ ਜੋ ਜਿਸ ਤਰ੍ਹਾਂ ਦੇ ਆਫਿਸ ਕੰਮ ਕਰ ਰਹੇ ਹਨ ਜਾਂ ਦਫ਼ਤਰ ਦੀ ਕੀ ਭੂਮਿਕਾ ਹੈ, ਦਫ਼ਤਰ ਹੁੰਦਾ ਕੀ ਹੈ,
ਇਹਦੇ ਬਾਰੇ ਸਾਰਾ ਚੈਪਟਰ ਹੈ ਔਰ ਇਸ ਟੌਪਿਕ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਥੋੜਾ ਜਿਹਾ ਜਲਦੀ ਵੀ ਕਰਾਂਗੇ ਕਿਉਂਕਿ ਚੈਪਟਰ ਵੱਡਾ ਹੈ ਤਾਂ ਕਿ ज़्यादा ਲੈਂਥੀ ਨਾ ਹੋ ਜਾਏ ਵੀਡੀਓ। ਤਾਂ ਪੁਰਾਣੇ ਸਮਿਆਂ ਦੇ ਵਿੱਚ ਬੇਟੇ ਬਾਹਰਲੇ ਦੇਸ਼ਾਂ ਦੇ ਵਿੱਚ ਯੂਨਾਨ ਰੋਮਨ ਜਿਹੜੀਆਂ ਸਭਿਤਾਵਾਂ ਸੀ ਉਹਨਾਂ ਦੇ ਵਿੱਚ ਸ਼ੁਰੂ ਦੇ ਵਿੱਚ ਥੋੜਾ ਬਹੁਤ ਜਿਵੇਂ ਜਨਮ ਮੌਤ ਵਗੈਰਾ ਦਾ ਜਾਂ ਵਿਆਹਾਂ ਸੰਬੰਧੀ ਥੋੜਾ ਬਹੁਤ ਹਿਸਾਬ ਕਿਤਾਬ ਰੱਖਣ ਦਾ ਕੰਮ ਸ਼ੁਰੂ ਹੋਇਆ। ਉੱਥੋਂ ਹੀ ਇਹ ਥੋੜਾ ਰਿਕਾਰਡ ਜਿਹੜਾ ਹੈ ਉਹਨੂੰ ਮੇਨਟੇਨ ਕਰਨ ਦਾ ਕੰਮ ਸ਼ੁਰੂ ਹੋਇਆ। ਤਾਂ ਉੱਥੋਂ ਚੜ੍ਹਦੇ ਹੌਲੀ ਜਿਵੇਂ ਦੁਨੀਆ ਦੇ ਵਿੱਚ ਬਿਜ਼ਨਸ ਵਧੇ, ਦੁਨੀਆ ਦੇ ਵਿੱਚ ਅਦਾਰੇ ਵਧੇ, ਉੱਥੋਂ ਹੌਲੀ ਇਹ ਕੰਮਾਂ ਨੂੰ ਮੈਨੇਜ ਕਰਨ ਔਰ ਕੰਮਾਂ ਦੇ ਰਿਕਾਰਡ ਨੂੰ ਸਾਂਭਣ ਲਈ ਹੌਲੀ ਜਿਹੜਾ ਲਿਖਤੀ ਹੱਥਾਂ ਦੇ ਨਾਲ ਲਿਖਣ ਦਾ ਕੰਮ, ਕਿਉਂਕਿ ਉਸ ਵੇਲੇ ਕੰਪਿਊਟਰ ਵਗੈਰਾ ਤਾਂ ਹੁੰਦੇ ਨਹੀਂ ਸਨ, ਤਾਂ ਹੱਥਾਂ ਦੇ ਨਾਲ ਹੀ ਲੋਕ ਲਿਖ ਕੇ ਸਾਰਾ ਹਿਸਾਬ ਕਿਤਾਬ ਰੱਖਦੇ ਸਨ। ਤਾਂ ਉੱਥੋਂ ਇਹ ਹੌਲੀ ਸਾਰਾ ਕੰਮ ਸ਼ੁਰੂ ਹੋਇਆ ਔਰ ਹੁਣ ਉੱਥੋਂ ਚਲਦਿਆਂ ਹੁਣ ਇਹ ਦਫ਼ਤਰ ਕੀ ਰੂਪ ਲੈ ਗਿਆ ਹੈ ਇਹਦੀ ਡੈਫੀਨੇਸ਼ਨ ਆਪਾਂ ਪੜਾਂਗੇ। ਅਲੱਗ-ਅਲੱਗ ਵਿਦਵਾਨਾਂ ਨੇ ਦਫ਼ਤਰ ਦੀਆਂ ਅਲੱਗ-ਅਲੱਗ ਪਰਿਭਾਸ਼ਾਵਾਂ ਦਿੱਤੀਆਂ ਹਨ, ਜਿਨ੍ਹਾਂ ਦੇ ਆਧਾਰ ਤੇ ਦਫ਼ਤਰ ਦੀ ਜਿਹੜੀ ਆਧੁਨਿਕ ਦਫ਼ਤਰ ਦੀ ਪਰਿਭਾਸ਼ਾ ਹੈ। ਆਮ ਵਿਅਕਤੀਆਂ ਦੀ ਨਜ਼ਰ ਦੇ ਵਿੱਚ ਦਫ਼ਤਰ ਉਹ ਸਥਾਨ ਹੁੰਦਾ ਹੈ ਜਿੱਥੇ ਕਲਰਕ ਬੈਠਾ ਹੁੰਦਾ ਹੈ ਤੇ ਉਹ ਸਾਰਾ ਜਿਹੜਾ ਹੈ ਉਹ ਲੇਖਾ ਜੋਖਾ ਆਪਦੇ ਕੰਪਿਊਟਰ ਦੇ ਵਿੱਚ ਕਰਦਾ ਰਹਿੰਦਾ ਹੈ। ਪਰ ਦਫ਼ਤਰ ਜਿਹੜਾ ਹੈ ਅਸਲ ਵਿੱਚ ਕਿਸੇ ਵੀ ਕੰਪਨੀ ਦਾ ਉਹ ਸਥਾਨ ਹੁੰਦਾ ਹੈ ਜਿੱਥੋਂ ਉਸ ਕੰਪਨੀ ਦੇ ਵਪਾਰ ਨੂੰ ਚਲਾਇਆ ਜਾਂਦਾ ਹੈ। ਯਾਨੀ ਹੁਣ ਇਹ ਸਿਰਫ ਇੱਕ ਕਲਰਕੀ ਦੇ ਕੰਮ ਕਰਨ ਵਾਲਾ ਕਮਰਾ ਹੀ ਨਹੀਂ ਹੈ, ਬਲਕਿ ਇਹ ਉਸ ਕੰਪਨੀ ਦੇ ਅੰਡਰ ਜਿੰਨੇ ਵੀ ਉਸ ਕੰਪਨੀ ਜਾਂ ਉਸ ਫੈਕਟਰੀ ਦੇ ਵਿੱਚ ਜਿੰਨੇ ਵੀ ਵਿਭਾਗ ਨੇ ਉਹਨਾਂ ਸਾਰਿਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਇੱਕ ਕੇਂਦਰ ਦੇ ਰੂਪ ਵਿੱਚ ਕੰਮ ਕਰਦਾ ਹੈ। ਯਾਨੀ ਸਾਰੇ ਕੰਮ ਜਿੰਨੇ ਵੀ ਨੇ ਕਿਸੇ ਅਦਾਰੇ ਦੇ, ਕਿਸੇ ਫੈਕਟਰੀ ਦੇ, ਕਿਸੇ ਸਕੂਲ ਦੇ, ਕਿਸੇ ਆਫਿਸ ਦੇ, ਇਹ ਸਾਰੇ ਹੀ ਕੰਮ ਉਸ ਦਫ਼ਤਰ ਤੋਂ ਚੱਲਦੇ ਹਨ। ਯਾਨੀ ਸਾਰੇ ਵਿਭਾਗਾਂ ਦੇ ਵਿੱਚ ਤਾਲਮੇਲ ਬਣਾਉਣ ਦਾ ਕੰਮ, ਸਾਰੇ ਵਿਭਾਗਾਂ ਨੂੰ ਕੰਮ ਦੇਣ ਦਾ ਕੰਮ, ਯਾਨੀ ਪਲੈਨਿੰਗ ਵੀ ਇੱਥੋਂ ਹੁੰਦੀ ਹੈ, ਸਾਰੇ ਕੰਮ ਨੂੰ ਵੰਡ ਵੀ ਇੱਥੋਂ ਕੀਤਾ ਜਾਂਦਾ ਹੈ, ਸਾਰੇ ਕੰਮ ਦੇ ਨਿਰਦੇਸ਼ ਵੀ ਇੱਥੋਂ ਦਿੱਤੇ ਜਾਂਦੇ ਹਨ, ਸਾਰੇ ਵਿਭਾਗਾਂ ਦੇ ਵਿੱਚ ਤਾਲਮੇਲ ਵੀ ਆਫਿਸ ਤੋਂ ਬਣਾਇਆ ਜਾਂਦਾ ਹੈ। ਯਾਨੀ ਜੇ ਥੱਲੇ ਕੋਈ ਸੂਚਨਾ ਦੇਣੀ ਹੈ ਤਾਂ ਥੱਲੇ ਵੀ ਸੂਚਨਾ ਇਸ ਆਫਿਸ ਤੋਂ, ਯਾਨੀ ਥੱਲੇ ਦਾ ਮਤਲਬ ਵੀ ਉਸ ਦਫ਼ਤਰ ਦੇ ਅੰਡਰ ਜਿੰਨੇ ਵੀ ਲੋਕ ਥੱਲੇ ਕੰਮ ਕਰ ਰਹੇ ਹਨ ਉਹਨਾਂ ਨੂੰ ਕੋਈ ਵੀ ਸੂਚਨਾ ਦੇਣੀ ਹੈ ਤਾਂ ਉਹ ਪਹਿਲੇ ਸੂਚਨਾ ਆਫਿਸ 'ਚ ਆਉਂਦੀ ਹੈ ਔਰ ਉਸ ਤੋਂ ਥੱਲੇ ਉਹਦੇ ਥੱਲੇ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜੇ ਥੱਲੇ ਵਾਲਿਆਂ ਦੀ ਕੋਈ ਸੂਚਨਾ ਉੱਪਰ ਹਾਇਰ ਲੈਵਲ ਮੈਨੇਜਮੈਂਟ ਨੂੰ ਭੇਜਣੀ ਹੈ ਤਾਂ ਉਹ ਵੀ ਸਾਰੀ ਇਸੇ ਆਫਿਸ ਤੋਂ ਹੀ ਜਾਂਦੀ ਹੈ। ਯਾਨੀ ਹਰ ਵਪਾਰ ਦੀ ਸਫਲਤਾ ਦੇ ਲਈ ਦਫ਼ਤਰ ਜਿਹੜਾ ਹੈ ਯਾਨੀ ਆਫਿਸ ਜਿਹੜਾ ਹੈ ਉਹਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਹੁਣ ਕੁਝ ਜਣਿਆਂ ਦੀਆਂ ਮੈਂ ਡੈਫੀਨੇਸ਼ਨਸ ਪੜ੍ਹ ਰਿਹਾ। ਜਾਰਜ ਆਰ ਟੈਰੀ ਕਹਿੰਦਾ ਹੈ, ਦਫ਼ਤਰ ਇੱਕ ਅਜਿਹਾ ਸਥਾਨ ਹੈ ਜਿੱਥੇ ਉਸ ਆਰਗੇਨਾਈਜੇਸ਼ਨ ਦੇ ਸਾਰੇ ਕੰਮਾਂ ਨੂੰ ਕੰਟਰੋਲ ਕਰਨ ਦੀ ਮਸ਼ੀਨਰੀ ਸਥਿਤ ਹੁੰਦੀ ਹੈ। ਯਾਨੀ ਦਫ਼ਤਰ ਇੱਕ ਐਸਾ ਕੇਂਦਰ ਜਾਂ ਐਸਾ ਸਥਾਨ ਹੈ ਜਿੱਥੋਂ ਸਾਰੇ ਵਿਭਾਗ ਨੂੰ ਕੰਟਰੋਲ ਕੀਤਾ ਜਾਂਦਾ। ਜਿਵੇਂ ਹੁਣ ਆਪਣੇ ਸਕੂਲ ਦੀ ਜੇ ਐਗਜ਼ਾਮਪਲ ਲਈਏ ਆਪਾਂ, ਤਾਂ ਸਕੂਲ ਦਾ ਜਿਹੜਾ ਦਫ਼ਤਰ ਹੈ ਜਿੱਥੇ ਪ੍ਰਿੰਸੀਪਲ ਸਰ ਬੈਠਦੇ ਹਨ ਉਹ ਇੱਕ ਐਸਾ ਸਥਾਨ ਹੈ ਜਾਂ ਐਸੀ ਥਾਂ ਹੈ ਜਿੱਥੇ ਸਕੂਲ ਦੇ ਪ੍ਰਬੰਧਕ ਜਿਹੜੇ ਕਿ ਆਪਣੇ ਪ੍ਰਿੰਸੀਪਲ ਹਨ ਉਹ ਸਾਰੇ ਵਿਭਾਗਾਂ ਨੂੰ, ਸਾਰੇ ਉਹਨਾਂ ਦੇ ਥੱਲੇ ਕੰਮ ਕਰਨ ਵਾਲਿਆਂ ਨੂੰ ਕੰਟਰੋਲ ਕਰਦੇ ਹਨ। ਯਾਨੀ ਵਪਾਰ ਦੇ ਵਿੱਚ ਜੇ ਕੋਈ ਆਫਿਸ ਹੈ ਕਿਸੇ ਵਪਾਰ ਦਾ ਤਾਂ ਵਪਾਰ ਦੇ ਸਾਰੇ ਪ੍ਰਬੰਧ ਦਾ ਉਹ ਕੇਂਦਰ ਹੁੰਦਾ ਹੈ ਜਿੱਥੇ ਸਾਰਾ ਰਿਕਾਰਡ ਵੀ ਸੰਭਾਲਿਆ ਜਾਂਦਾ ਹੈ ਔਰ ਸਾਰੀਆਂ ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਂਦਾ ਹੈ। ਯਾਨੀ ਨੀਚੇ ਜਿੰਨੇ ਉਸ ਆਫਿਸ ਦੇ ਨੀਚੇ ਕੰਮ ਕਰਦੇ ਨੇ ਉਹਨਾਂ ਨੂੰ ਸਾਰੀਆਂ ਸੂਚਨਾਵਾਂ ਦੇਣ ਦਾ ਕੰਮ ਇਸ ਆਫਿਸ ਤੋਂ ਕੀਤਾ ਜਾਂਦਾ ਹੈ ਔਰ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਰਿਕਾਰਡ ਕਰਕੇ
ਉੱਪਰ ਹੈੱਡ ਆਫਿਸ ਨੂੰ ਭੇਜਣ ਦਾ ਕੰਮ ਵੀ ਉਸ ਦਫ਼ਤਰ ਤੋਂ ਹੀ ਕੀਤਾ ਜਾਂਦਾ ਹੈ। ਐਡਵਰਡ ਰੋਸ਼ ਜਿਹੜਾ ਵਿਦਵਾਨ ਹੈ, ਉਹਨੇ ਕਿਹਾ ਵੀ ਕਿਸੇ ਦਫ਼ਤਰ ਨੂੰ ਇੱਕ ਵਿਸ਼ੇਸ਼ ਸਥਾਨ ਨਹੀਂ ਸਮਝਣਾ ਚਾਹੀਦਾ, ਦਫ਼ਤਰ ਕਿਤੇ ਵੀ ਹੋ ਸਕਦਾ ਹੈ। ਯਾਨੀ ਤੁਸੀਂ ਵੇਖੋ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਆਫਿਸ, ਜਿਵੇਂ ਆਪਾਂ ਵੇਖੀਏ ਹੁਣ ਕੋਵਿਡ ਚੱਲਿਆ, ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ, ਕਿਉਂਕਿ ਅੱਜ ਕੱਲ੍ਹ ਸਾਰਾ ਡਾਟਾ ਕੰਪਿਊਟਰਸ ਦੇ ਵਿੱਚ ਹੁੰਦਾ ਹੈ, ਔਰ ਤੁਸੀਂ ਈਮੇਲ ਜਾਂ ਇੰਟਰਨੈਟ ਦੇ ਉੱਪਰ ਤੁਹਾਡਾ ਸਾਰਾ ਰਿਕਾਰਡ ਪਿਆ ਹੁੰਦਾ ਹੈ। ਔਰ ਈਮੇਲ ਜਾਂ ਇੰਟਰਨੈਟ ਨੂੰ ਅੱਜ ਤੁਸੀਂ ਆਪਾਂ ਮਾਡਰਨ ਜ਼ਮਾਨੇ ਵਿੱਚ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਅੱਜ ਦਾ ਜਿਹੜਾ ਆਫਿਸ ਹੈ ਤੁਹਾਡੀ ਜੇਬ ਵਿੱਚ ਵੀ ਹੋ ਸਕਦਾ। ਯਾਨੀ ਮੋਬਾਈਲ ਜਿਹੜੇ ਸਮਾਰਟਫੋਨ ਨੇ ਉਹ ਵੀ ਤੁਹਾਡੇ ਆਫਿਸ ਹੀ ਬਣ ਗਏ ਹਨ। ਯਾਨੀ ਕੋਈ ਵੀ ਡਾਕ ਜੇ ਤੁਹਾਡੇ ਕੋਲੋਂ ਮੰਗੀ ਜਾਂਦੀ ਹੈ ਤਾਂ ਤੁਸੀਂ ਆਪਦੇ ਮੋਬਾਈਲ ਤੋਂ ਹੀ ਉਹ ਡਾਕ ਭੇਜਣ ਦੇ ਵੀ ਸਮਰੱਥ ਹੋ। ਯਾਨੀ ਦਫ਼ਤਰ ਕਿਸੇ ਸਥਾਨ ਦਾ ਨਾਂ ਨਹੀਂ ਹੈ, ਦਫ਼ਤਰ ਉਹ ਜਗ੍ਹਾ ਹੈ ਜਿੱਥੋਂ ਬੈਠ ਕੇ ਤੁਸੀਂ ਕੋਈ ਵੀ ਪ੍ਰਬੰਧ ਚਲਾ ਸਕਦੇ ਹੋ। ਉਹ ਤੁਸੀਂ ਆਫਿਸ ਘਰ ਵਿੱਚ ਵੀ ਤੁਹਾਡਾ ਹੋ ਸਕਦਾ ਹੈ। ਯਾਨੀ ਉਹ ਜਗ੍ਹਾ ਜਿੱਥੋਂ ਤੁਹਾਡੇ ਸਾਰਾ ਸਿਸਟਮ ਮੈਨੇਜ ਹੁੰਦਾ ਹੈ, ਸਾਰਾ ਸਿਸਟਮ ਜੋ ਵੀ ਤੁਹਾਡੇ ਅੰਡਰ ਕੰਮ ਕਰ ਰਹੇ ਨੇ ਉਹਨਾਂ ਦਾ ਪ੍ਰਬੰਧ ਹੁੰਦਾ ਹੈ, ਉਸ ਨੂੰ ਆਪਾਂ ਦਫ਼ਤਰ ਕਹਿੰਦੇ ਹਾਂ। ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ ਵੀ ਦਫ਼ਤਰ ਦੇ ਉਦੇਸ਼ ਕੀ ਹੁੰਦੇ ਹਨ। ਤਾਂ ਦਫ਼ਤਰ ਦੇ ਛੋਟੇ ਉਦੇਸ਼ ਨੇ। ਦਫ਼ਤਰ ਦੇ ਉਦੇਸ਼ ਨੇ ਸੂਚਨਾ ਪ੍ਰਾਪਤ ਕਰਨੀ, ਦੂਸਰੇ ਵਿਭਾਗਾਂ ਦੇ ਕੰਮਾਂ ਦੇ ਵਿੱਚ ਸਹਾਇਤਾ ਕਰਨਾ, ਫੈਸਲੇ ਲੈਣੇ ਔਰ ਫੈਸਲੇ ਲੈਣ ਦੇ ਵਿੱਚ ਆਪਣੇ ਅੰਡਰ ਕੰਮ ਕਰਨ ਵਾਲਿਆਂ ਨੂੰ ਫੈਸਲੇ ਲੈਣ ਦੇ ਵਿੱਚ ਸਹਾਇਤਾ ਕਰਨੀ, ਹਰ ਤਰ੍ਹਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਕਰਨੀ, ਯੋਜਨਾਵਾਂ ਅਤੇ ਨੀਤੀਆਂ ਜੋ ਕਿ ਹੈੱਡ ਆਫਿਸ ਤੋਂ ਆਉਂਦੀਆਂ ਹਨ ਉਹਨਾਂ ਨੂੰ ਲਾਗੂ ਕਰਨਾ, ਸੰਸਥਾਨ ਦੇ ਵਿੱਚ ਸਥਿਤ ਸਾਰੇ ਵਿਭਾਗਾਂ ਦੇ ਵਿੱਚ ਆਪਸੀ ਤਾਲਮੇਲ ਬਣਾਉਣਾ। ਬੇਟੇ ਅਲੱਗ-ਅਲੱਗ ਤਰ੍ਹਾਂ ਦੇ ਵਿਭਾਗ ਹੁੰਦੇ ਨੇ। ਜਦੋਂ ਵੀ ਕੋਈ ਫੈਕਟਰੀ ਜਾਂ ਕੋਈ ਅਦਾਰਾ ਹੁੰਦਾ ਹੈ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਵਿਭਾਗ ਹੁੰਦੇ ਨੇ। ਵੱਡੀਆਂ ਫੈਕਟਰੀਆਂ ਦੇ ਵਿੱਚ ਜਿਵੇਂ ਖਰੀਦ ਵਿਭਾਗ ਅਲੱਗ ਹੁੰਦਾ ਹੈ, ਜਿਨ੍ਹਾਂ ਨੇ ਖਰੀਦ ਦਾ ਕੰਮ ਕਰਨਾ ਹੁੰਦਾ। ਉਤਪਾਦਨ ਵਿਭਾਗ ਅਲੱਗ ਹੁੰਦਾ ਹੈ, ਜਿਨ੍ਹਾਂ ਨੇ ਪ੍ਰੋਡਕਸ਼ਨ ਕਰਨੀ ਹੁੰਦੀ ਹੈ। ਖਰੀਦ ਦਾ ਮਤਲਬ ਪਰਚੇਜ਼ ਡਿਪਾਰਟਮੈਂਟ, ਪ੍ਰੋਡਕਸ਼ਨ ਡਿਪਾਰਟਮੈਂਟ ਜਿਹੜੇ ਕਿ ਉਸ ਅਦਾਰੇ ਵਾਸਤੇ ਪ੍ਰੋਡਕਸ਼ਨ ਕਰ ਰਹੇ ਨੇ, ਚੀਜ਼ਾਂ ਦਾ ਉਤਪਾਦਨ ਕਰ ਰਹੇ ਨੇ। ਇੱਕ ਹੁੰਦਾ ਦਫ਼ਤਰ ਦਾ ਵਿੱਤ ਵਿਭਾਗ ਜਿਹੜਾ ਕਿ ਸਾਰਾ ਪੈਸੇ ਦਾ ਲੇਖਾ ਜੋਖਾ ਵੇਖਦਾ ਹੈ। ਕਰਮਚਾਰੀ ਵਿਭਾਗ ਜਿਹੜਾ ਕਿ ਸਾਰੇ ਕਰਮਚਾਰੀਆਂ ਨੂੰ ਟ੍ਰੇਨਡ ਕਰਦਾ ਹੈ। ਵਿਕਰੀ ਵਿਭਾਗ ਯਾਨੀ ਜਿਹਨੂੰ ਆਪਾਂ ਕਹਿੰਦੇ ਸੇਲ ਵਿਭਾਗ, ਤਾਂ ਸੇਲ ਵਿਭਾਗ ਵੀ ਹੋ ਗਿਆ। ਇਹ ਸਾਰੇ ਵਿਭਾਗਾਂ ਦੇ ਵਿੱਚ ਆਪਸੀ ਤਾਲਮੇਲ ਬਣਾਉਣ ਦਾ ਕੰਮ ਕੌਣ ਕਰਦਾ ਹੈ? ਦਫ਼ਤਰ ਕਰਦਾ ਹੈ। ਆਉਣ ਅਤੇ ਜਾਣ ਵਾਲੀ ਡਾਕ ਦਾ ਪ੍ਰਬੰਧ, ਯਾਨੀ ਡਾਕ ਦਾ ਮਤਲਬ ਵੀ ਜਿਹੜੀਆਂ ਵੀ ਈਮੇਲਸ ਜਾਂ ਚਿੱਠੀਆਂ ਪੱਤਰ ਆਉਂਦੇ ਨੇ ਉਹ ਸਭ ਤੋਂ ਪਹਿਲਾਂ ਆਫਿਸ ਦੇ ਵਿੱਚ ਆਉਂਦੇ ਨੇ। ਉਹਨਾਂ ਦੇ ਵਿੱਚ ਜੋ ਸੂਚਨਾ ਹੁੰਦੀ ਹੈ ਆਪਣੇ ਨੀਚੇ ਦੇਣ ਵਾਲੀ, ਉਹਨਾਂ ਨੂੰ ਨੀਚੇ ਸੂਚਨਾ ਦੇਣ ਦਾ ਕੰਮ ਵੀ ਆਫਿਸ ਕਰਦਾ ਹੈ। ਜੇ ਨੀਚੇ ਵਾਲਿਆਂ ਦਾ, ਜਿਵੇਂ ਮੰਨ ਲਓ ਹੁਣ ਖਰੀਦ ਵਿਭਾਗ ਕੋਈ ਕੰਮ ਕਰ ਰਿਹਾ ਹੈ ਜਾਂ ਕਰਮਚਾਰੀਆਂ ਨਾਲ ਸੰਬੰਧਿਤ ਕੋਈ ਸੂਚਨਾ ਹੈ, ਉਹ ਸਾਰੀ ਸੂਚਨਾ ਨੂੰ ਕਲੈਕਟ ਕਰਕੇ ਉੱਪਰ ਹੈੱਡ ਆਫਿਸ ਭੇਜਣ ਦਾ ਕੰਮ ਵੀ ਇਹੀ ਕਰਦਾ ਹੈ। ਯਾਨੀ ਜਿਵੇਂ ਮੈਨੇਜਮੈਂਟ ਦੇ 3 ਪਾਰਟ ਹੁੰਦੇ ਨੇ। ਇੱਕ ਹੁੰਦੀ ਹੈ ਮੀਡੀਅਮ ਲੈਵਲ ਮੈਨੇਜਮੈਂਟ, ਇੱਕ ਹੁੰਦੀ ਲੋਅਰ ਲੈਵਲ ਮੈਨੇਜਮੈਂਟ ਤੇ ਇੱਕ ਹੁੰਦੀ ਹਾਇਰ ਲੈਵਲ ਮੈਨੇਜਮੈਂਟ। ਹਾਇਰ ਲੈਵਲ ਮੈਨੇਜਮੈਂਟ ਦਾ ਮਤਲਬ ਹੁੰਦਾ ਹੈ ਜਿਹੜੇ ਹੈੱਡ ਆਫਿਸ 'ਤੇ ਕੰਮ ਕਰ ਰਹੇ ਨੇ, ਉਹ ਲੋਕ ਜਿਹੜੇ ਫੈਸਲੇ ਲਾਗੂ ਕਰਦੇ ਨੇ। ਇੱਕ ਹੁੰਦੀ ਮੀਡੀਅਮ ਲੈਵਲ ਮੈਨੇਜਮੈਂਟ ਜਿਹੜੇ ਉਸ ਆਫਿਸ ਦੇ ਵਿੱਚ ਬੈਠ ਕੇ ਉਸ ਚੀਜ਼ ਨੂੰ ਮੈਨੇਜ ਕਰ ਰਹੇ ਹੁੰਦੇ ਨੇ। ਇੱਕ ਉਹ ਲੋਕ ਹੁੰਦੇ ਨੇ ਜਿਹੜੇ ਨੀਚੇ ਕੰਮ ਕਰ ਰਹੇ ਹੁੰਦੇ ਨੇ, ਲੋਅਰ ਲੈਵਲ ਮੈਨੇਜਮੈਂਟ, ਯਾਨੀ ਲੋਅਰ ਪੱਧਰ 'ਤੇ ਜਿਹੜੇ ਕੰਮ ਕਰ ਰਹੇ ਹੁੰਦੇ ਨੇ, ਇੰਪਲੋਈਜ਼ ਜਿਹੜੇ ਹੁੰਦੇ। ਤਾਂ ਆਫਿਸ ਜਿਹੜਾ ਹੈ ਹਾਇਰ ਲੈਵਲ ਤੇ ਲੋਅਰ ਲੈਵਲ ਮੈਨੇਜਮੈਂਟ ਦੇ ਵਿੱਚ ਤਾਲਮੇਲ ਬਣਾਉਣ ਦਾ ਕੰਮ ਕਰਦਾ ਹੈ। ਯਾਨੀ ਬਿਨਾਂ ਰੁਕਾਵਟ ਕੰਮਾਂ ਨੂੰ ਪੂਰੇ ਕਰਵਾਉਣ ਦੇ ਵਿੱਚ, ਚਲਾਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਜਿਹੜੀ ਹੈ ਉਹ ਕਿਸੇ ਵੀ ਵਿਭਾਗ ਦੇ ਆਫਿਸ ਦੇ ਵਿੱਚ ਹੁੰਦੀ ਹੈ। ਇਹ ਬੇਟੇ ਸਾਰੇ ਉਦੇਸ਼ ਨੇ ਕਿਸੇ ਵੀ ਆਫਿਸ ਦੇ। ਹੁਣ ਜਿਵੇਂ ਆਪਾਂ ਇੱਕ ਫੈਕਟਰੀ ਦੀ ਜੀ ਗੱਲ ਕਰੀਏ ਤਾਂ ਕਿਸੇ ਫੈਕਟਰੀ ਦੇ ਆਫਿਸ ਤੇ ਉਹਦੇ ਹੇਠਾਂ ਜਿਹੜੇ ਕੰਮ ਕਰ ਰਹੇ ਨੇ ਵਿਭਾਗ, ਜਿਵੇਂ ਫਾਰ ਐਗਜ਼ਾਮਪਲ ਖਰੀਦ ਵਿਭਾਗ ਹੈ, ਕਿਸੇ ਵੀ ਫੈਕਟਰੀ ਦਾ ਖਰੀਦ ਵਿਭਾਗ ਹੈ, ਉਹਦਾ ਤੇ ਆਫਿਸ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ? ਜਿਵੇਂ ਖਰੀਦ ਵਿਭਾਗ ਵਧੀਆ ਕੱਚੇ ਮਾਲ ਨੂੰ ਉਹਨੇ ਖਰੀਦਣਾ ਹੈ, ਕਿਉਂਕਿ ਫੈਕਟਰੀ ਦੇ ਵਿੱਚ ਕੱਚੇ ਮਾਲ ਦੀ ਲੋੜ ਹੈ। ਸਹੀ ਮੁੱਲ, ਸਹੀ ਮਾਤਰਾ ਤੇ ਸਹੀ ਟਾਈਮ ਤੇ ਉਹਨੂੰ ਖਰੀਦਣਾ ਹੈ। ਤਾਂ ਬਾਜ਼ਾਰ ਵਿੱਚ ਜਿਹੜੇ ਮਾਲ ਸਪਲਾਈ ਕਰਨ ਵਾਲੇ ਹਨ ਉਹਨਾਂ ਤੋਂ ਟੈਂਡਰ ਮੰਗੇ ਜਾਂਦੇ ਹਨ, ਯਾਨੀ ਉਹਨਾਂ ਤੋਂ ਰੇਟਸ ਮੰਗੇ ਜਾਂਦੇ ਹਨ।
ਤਾਂ ਰੇਟਸ ਮੰਗੇ ਜਾਂਦੇ ਹਨ। ਤਾਂ ਉਹ ਸਪਲਾਈ यानी कच्चे माल ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਕੱਚੇ ਮਾਲ ਦੀਆਂ ਕਈ ਕਿਸਮਾਂ ਨੇ, ਤੇ ਇਹਦਾ ਮਤਲਬ ਕਈ ਤਰ੍ਹਾਂ ਦੇ ਰੇਟਸ ਹੁੰਦੇ ਨੇ। ਤਾਂ ਉਹ ਰੇਟਸ ਮੰਗਾਏ ਜਾਂਦੇ ਹਨ ਤਾਂ ਕਿ ਆਪਾਂ ਸਹੀ ਰੇਟ ਤੇ ਸਹੀ ਮਾਲ ਖਰੀਦ ਸਕੀਏ। ਹੁਣ ਉਹਦੇ ਵਾਸਤੇ ਜਿਹੜੀ ਚਿੱਠੀ ਪੱਤਰ ਦਾ ਸਾਰਾ ਕੰਮ ਹੈ ਜਾਂ ਉਹਨਾਂ ਕੋਲੋਂ ਰਿਕਾਰਡ ਮੰਗਾਉਣ ਦਾ ਸਾਰਾ ਕੰਮ ਹੈ, ਔਰ ਉਸ ਮਾਲ ਦੀ ਕਿੰਨੇ ਰੇਟ ਤੇ ਖਰੀਦ ਕੀਤੀ ਗਈ, ਉਹ ਸਾਰੇ ਰਿਕਾਰਡ ਨੂੰ ਸੰਭਾਲਣ ਦਾ ਕੰਮ, ਔਰ ਉਸ ਦੇ ਖਰੀਦੇ ਜਾਣ ਵਾਲੇ ਮਾਲ ਨੂੰ ਦਾ ਜਿਹੜਾ ਲੇਖਾ ਜੋਖਾ ਰਿਕਾਰਡ ਰੱਖਣ ਦਾ ਸਾਰਾ ਕੰਮ ਦਫ਼ਤਰ ਹੀ ਕਰਦਾ ਹੈ। ਇਸੇ ਤਰ੍ਹਾਂ ਦਫ਼ਤਰ ਤੇ ਪ੍ਰੋਡਕਸ਼ਨ ਵਿਭਾਗ, ਹੁਣ ਮੰਨ ਲਓ ਇੱਕ ਫੈਕਟਰੀ ਦੇ ਵਿੱਚ ਮਾਲ ਬਣ ਰਿਹਾ ਹੈ, ਉਹ ਕਿੰਨਾ ਵੇਖੋ ਮਾਲ ਬਣਿਆ ਹੈ, ਰੋਜ਼ ਕਿੰਨਾ ਮਾਲ, ਅੱਜ ਕਿੰਨਾ ਮਾਲ ਬਣਨਾ ਹੈ, ਇਹ ਆਫਿਸ ਨੇ ਦੱਸਣਾ ਹੈ। ਕਿੰਨਾ ਮਾਲ ਉਹਨਾਂ ਨੇ ਬਣਾ ਲਿਆ ਹੈ, ਤਿਆਰ ਮਾਲ ਜਿਹੜਾ ਹੋ ਗਿਆ ਉਹਨੂੰ ਕਿੱਥੇ ਰੱਖਣਾ ਹੈ, ਉਹਦਾ ਸਾਰਾ ਜਿਹੜਾ ਹੈ ਰਿਕਾਰਡ ਜਿਹੜਾ ਹੈ ਉਹ ਸਾਰਾ ਕੌਣ ਰੱਖਦਾ? ਆਫਿਸ। ਯਾਨੀ ਰੋਜ਼ਾਨਾ ਕਿੰਨਾ ਮਾਲ ਬਣਿਆ, ਉਸ ਤੋਂ ਬਾਅਦ ਹਫਤੇ ਦੇ ਵਿੱਚ ਕਿੰਨਾ ਮਾਲ ਬਣਿਆ, ਮਾਸਿਕ ਯਾਨੀ ਇੱਕ ਮਹੀਨੇ ਦੇ ਵਿੱਚ ਕਿੰਨਾ ਮਾਲ ਬਣਿਆ, ਕਿੰਨਾ ਸਾਡੇ ਕੋਲ ਸਟਾਕ ਪਿਆ ਹੈ, ਇਹ ਸਾਰਾ ਜਿਹੜਾ ਰਿਕਾਰਡ ਹੈ, ਕਿੰਨੀ ਸਾਡੀ ਵੇਸਟੇਜ ਹੋ ਗਈ, ਇਹ ਸਾਰਾ ਰਿਕਾਰਡ ਜਿਹੜਾ ਹੈ ਕੌਣ ਸੰਭਾਲਦਾ ਹੈ? ਆਫਿਸ ਸੰਭਾਲਦਾ। ਇਸੇ ਤਰ੍ਹਾਂ ਦਫ਼ਤਰ ਦਾ ਤੇ ਵਿੱਤ ਵਿਭਾਗ ਦਾ ਆਪਸੀ ਕੀ ਸੰਬੰਧ ਹੈ? ਤਾਂ ਵਿੱਤ ਵਿਭਾਗ ਯਾਨੀ ਪੈਸੇ ਨਾਲ ਲੈਣ ਦੇਣ, ਕਿੰਨੇ ਪੈਸੇ ਦਾ ਮਾਲ ਅਸੀਂ ਖਰੀਦਿਆ, ਕਿੰਨੇ ਪੈਸੇ ਦਾ ਮਾਲ ਅਸੀਂ ਵੇਚਿਆ, ਕਿੰਨਾ ਸਾਨੂੰ ਲਾਭ ਹੋਇਆ, ਕਿੰਨਾ ਸਾਨੂੰ ਨੁਕਸਾਨ ਹੋਇਆ, ਜਾਂ ਜਿਹੜਾ ਮਾਲ ਅਸੀਂ ਭੇਜਿਆ ਉਹਦੇ ਬਿੱਲ ਕੱਟਣੇ, ਇਹ ਸਾਰਾ ਜਿਹੜਾ ਰਿਕਾਰਡ ਹੈ ਇਹ ਕੌਣ ਸੰਭਾਲਦਾ ਹੈ? ਦਫ਼ਤਰ ਸੰਭਾਲਦਾ ਹੈ। ਕਰਮਚਾਰੀ, ਹੁਣ ਜਿੰਨੇ ਵੀ ਵੇਖੋ ਕਰਮਚਾਰੀ ਕੰਮ ਕਰਦੇ ਨੇ, ਕਰਮਚਾਰੀ ਵਿਭਾਗ ਦੇ ਨਾਲ ਦਫ਼ਤਰ ਦਾ ਕੀ ਲੈਣ ਦੇਣ ਹੈ? ਜਿੰਨੇ ਵੀ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਦੀ ਅਟੈਂਡੈਂਸ ਲਗਾਉਣੀ, ਉਹਨਾਂ ਨੂੰ ਲੋੜ ਪੈਣ ਤੇ ਟ੍ਰੇਨਿੰਗਸ ਦਵਾਉਣੀਆਂ, ਉਹਨਾਂ ਦੀਆਂ ਨਿਯੁਕਤੀਆਂ ਕਰਨੀਆਂ, ਕਿਸੇ ਨੂੰ ਨੌਕਰੀ ਤੋਂ ਕੱਢਣਾ ਹੈ, ਕਿਸੇ ਦੀ ਨੇ ਰਿਟਾਇਰਮੈਂਟ ਹੋਣਾ ਹੈ, ਜਾਂ ਉਹਨਾਂ ਨੂੰ ਕਿਵੇਂ ਮਹੀਨੇ ਦੀ ਕਿੰਨੀ ਤਨਖਾਹ ਦੇਣੀ ਹੈ, ਕਿਹੜੇ ਕਰਮਚਾਰੀ ਦੀ ਕਿੰਨੀ ਤਨਖਾਹ ਹੈ, ਇਹ ਸਾਰਾ ਜਿਹੜਾ ਉਹਨਾਂ ਦਾ ਰਿਕਾਰਡ ਹੈ, ਜਿਹੜੀਆਂ ਉਹਨਾਂ ਦੀਆਂ ਜਦੋਂ ਉਹਨਾਂ ਨੂੰ ਨੌਕਰੀ ਮਿਲੀ ਤਾਂ ਉਹਨਾਂ ਦੇ ਸਾਰੇ ਸਰਟੀਫਿਕੇਟਸ ਨੂੰ ਸੰਭਾਲਣ ਦਾ ਕੰਮ, ਜਾਂ ਉਹਨਾਂ ਦੇ ਸਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਣ ਦਾ ਕੰਮ ਕੌਣ ਕਰਦਾ ਹੈ? ਆਫਿਸ ਕਰਦਾ ਹੈ। ਇਸੇ ਤਰ੍ਹਾਂ ਦਫ਼ਤਰ ਤੇ ਸੇਲ ਵਿਭਾਗ ਦਾ ਆਪਸੀ ਕੀ ਸੰਬੰਧ ਹੈ? ਹੁਣ ਮੰਨ ਲਓ ਇੱਕ ਫੈਕਟਰੀ ਹੈ, ਉਸ ਫੈਕਟਰੀ ਦੇ ਵਿੱਚ ਛੋਟੇ ਵੱਡੇ ਹਰ ਤਰ੍ਹਾਂ ਦੇ ਗ੍ਰਾਹਕ ਮਾਲ ਖਰੀਦਣ ਵਾਸਤੇ ਆਉਂਦੇ ਹਨ, ਤਾਂ ਉਹਨਾਂ ਦੇ ਨਾਲ ਸਾਰਾ ਚਿੱਠੀ ਪੱਤਰ ਕਰਨਾ, ਕਿਹੜਾ ਮਾਲ, ਕਿੰਨੀ ਡੇਟ, ਕਿੰਨੀ ਤਰੀਕ, ਕਿੰਨੇ ਪੈਸੇ ਦਾ ਵੇਚਿਆ, ਕਿੰਨਾ ਉਹਦੇ ਚੋਂ ਪੈਸੇ ਸਾਡੇ ਕੋਲੇ ਐਡਵਾਂਸ ਆ ਗਿਆ, ਕਿੰਨੇ ਪੈਸੇ ਉਹਨਾਂ ਨੇ ਦੇ ਦਿੱਤੇ, ਕਿੰਨੇ ਪੈਸੇ ਅਜੇ ਅਸੀਂ ਲੈਣੇ ਹਨ ਕਿਸੇ ਤੋਂ, ਇਹ ਸਾਰਾ ਬੇਟੇ ਜਿਹੜਾ ਰਿਕਾਰਡ ਹੈ ਉਹ ਕੌਣ ਸਾਂਭਦਾ ਹੈ? ਦਫ਼ਤਰ ਸਾਂਭਦਾ। ਇੱਕ ਬੇਟੇ ਇੱਥੇ ਧਿਆਨ ਰੱਖਣ ਯੋਗ ਇਹ ਗੱਲ ਹੈ ਵੀ ਦਫ਼ਤਰ ਦਾ ਜਿਹੜਾ ਆਕਾਰ ਹੈ, ਯਾਨੀ ਕਈ ਕੰਪਨੀਆਂ ਦੇ ਤਾਂ ਬਹੁਤ ਵੱਡੇ ਆਫਿਸ ਹੁੰਦੇ ਹਨ, ਕਈ ਵਾਰੀ ਕਈ ਕੰਪਨੀਆਂ ਦੇ ਵਿੱਚ 100 ਇੰਪਲੋਈਜ਼ ਹੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਹਨ। ਇਹ ਡਿਪੈਂਡ ਕਰਦਾ ਹੈ ਤੁਹਾਡਾ ਬਿਜ਼ਨਸ ਕਿੱਡਾ ਵੱਡਾ ਹੈ। ਕਈ ਤਾਂ ਸਿਰਫ ਇੱਕ ਕੰਪਿਊਟਰ ਦੇ ਨਾਲ ਹੀ ਕੰਮ ਚਲਾ ਲੈਂਦੇ ਹਨ, ਸਿੰਪਲੀ ਇੱਕ ਲੈਪਟਾਪ ਕਈਆਂ ਨੇ ਰੱਖਿਆ ਹੁੰਦਾ ਹੈ, ਕਈ ਉਹਦੇ ਵਿੱਚ ਹੀ ਹਿਸਾਬ ਕਿਤਾਬ ਸਾਰਾ ਰੱਖ ਲੈਂਦੇ ਹਨ, ਕਈ ਲੋਕ ਸਿਰਫ ਇੰਨਾ ਹੀ ਉਹਨਾਂ ਕੋਲ ਹੁੰਦਾ, ਉਹ ਸਾਰਾ ਆਪਣੇ ਮੋਬਾਈਲ ਦੇ ਵਿੱਚ ਹੀ ਹਿਸਾਬ ਕਿਤਾਬ ਰੱਖ ਲੈਂਦੇ ਹਨ। ਤਾਂ ਇਹ ਡਿਪੈਂਡ ਕਰਦਾ ਹੈ ਤੁਹਾਡੇ ਵਪਾਰ ਦਾ ਆਕਾਰ ਕਿੱਡਾ ਵੱਡਾ ਹੈ। ਦਫ਼ਤਰ ਉਨਾ ਹੀ ਵੱਡਾ, ਜੇ ਤੁਹਾਡਾ ਮੰਨ ਲਓ ਜਿਵੇਂ ਹੁਣ ਆਪਾਂ ਰਿਲਾਇੰਸ ਵਾਲਿਆਂ ਦੀ ਗੱਲ ਕਰੀਏ, ਤਾਂ ਰਿਲਾਇੰਸ ਵਾਲਿਆਂ ਦਾ ਜਿਹੜਾ ਹੈੱਡ ਆਫਿਸ ਹੋਏਗਾ ਉਹਦੇ ਵਿੱਚ ਹੋ ਸਕਦਾ ਹੈ 100 ਇੰਪਲੋਈਜ਼, ਹੋ ਸਕਦਾ ਹਜ਼ਾਰਾਂ ਇੰਪਲੋਈਜ਼ ਕੰਮ ਕਰਦੇ ਹੋਣ, ਕਿਉਂਕਿ ਉਹਨਾਂ ਦੀ ਲੱਖਾਂ ਕਰੋੜਾਂ ਰੁਪਈਆਂ ਦੀ ਰੋਜ਼ ਦੀ ਟਰਨਓਵਰ ਹੈ, ਰੋਜ਼ ਦਾ ਬਿਜ਼ਨਸ ਹੈ, ਲੱਖਾਂ ਕਰੋੜਾਂ ਦਾ ਜਿੱਥੇ ਬਿਜ਼ਨਸ ਹੈ ਉਹਦਾ ਹਿਸਾਬ ਕਿਤਾਬ ਰੱਖਣ ਵਾਸਤੇ ਓਨੇ ਹੀ ਲੋਕ, ਓਨੇ ਹੀ ਸਿਸਟਮ ਦੀ, ਓਨੀ ਹੀ ਟੈਕਨੋਲੋਜੀ ਦੀ ਲੋੜ ਪੈਂਦੀ ਹੈ। ਤਾਂ ਇਹ ਡਿਪੈਂਡ ਕਰਦਾ ਹੈ ਤੁਹਾਡਾ ਬਿਜ਼ਨਸ ਕਿੱਡਾ ਵੱਡਾ ਹੈ। ਜਿੰਨਾ ਤੁਹਾਡਾ ਵੱਡਾ ਬਿਜ਼ਨਸ ਹੈ ਓਨਾ ਹੀ ਵੱਡਾ ਤੁਹਾਡਾ ਆਫਿਸ ਹੋਏਗਾ, ਜਿੰਨਾ ਛੋਟਾ ਤੁਹਾਡਾ ਵਪਾਰ ਹੈ ਓਨਾ ਹੀ ਤੁਹਾਡਾ ਛੋਟਾ ਆਫਿਸ ਹੋਏਗਾ। ਅੱਗੇ ਇਹਦੇ ਵਿੱਚ ਬੇਟੇ ਇੱਕ ਟੌਪਿਕ ਹੈ ਟਾਈਪਸ ਆਫ ਆਫਿਸਿਸ, ਯਾਨੀ ਦਫ਼ਤਰ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ। ਵੇਖੋ ਦਫ਼ਤਰ ਨੂੰ ਆਪਾਂ 4 ਤਰ੍ਹਾਂ ਨਾਲ ਡਿਵਾਈਡ ਕਰ ਸਕਦੇ ਹਾਂ, ਦਫ਼ਤਰ ਦੀ ਕਿਸਮਾਂ ਨੂੰ 4 ਤਰ੍ਹਾਂ ਨਾਲ ਡਿਵਾਈਡ ਕਰ ਸਕਦੇ ਹਾਂ। ਪਹਿਲੀ ਹੁੰਦੀ ਹੈ ਕੰਮ ਦੇ ਆਧਾਰ ਤੇ, ਯਾਨੀ ਔਨ ਦਾ ਬੇਸਿਸ ਆਫ ਫੰਕਸ਼ਨਸ।
ਵੇਖੋ ਜੇ ਕੰਮ ਦੇ ਆਧਾਰ ਤੇ ਵੰਡਣਾ ਹੈ ਤਾਂ ਵੇਖੋ ਇੱਕ ਹੁੰਦਾ ਹੈ ਬੇਟੇ, ਇਹਨੂੰ ਦੋ ਕਿਸਮਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੁੰਦਾ ਹੈ ਹੈੱਡ ਆਫਿਸ, ਇੱਕ ਹੁੰਦਾ ਹੈ ਬ੍ਰਾਂਚ ਆਫਿਸ। ਜਿਵੇਂ ਆਮ ਤੌਰ ਤੇ ਤੁਸੀਂ ਵੇਖਿਆ ਹੋਵੇਗਾ, ਜਿਵੇਂ SBI ਹੈ, ਤਾਂ SBI ਇਹ ਬੈਂਕ, ਹੁਣ ਆਪਾਂ ਨੂੰ ਪਤਾ ਹੈ ਵੀ SBI ਦੇ ਆਪਣੇ ਇੰਡੀਆ ਦੇ ਵਿੱਚ ਹਜ਼ਾਰਾਂ ਹੀ ਬੈਂਕ ਹਨ। ਤਾਂ ਇਹਨਾਂ ਦਾ ਮੁੱਖ ਦਫ਼ਤਰ ਮੰਨ ਲਓ ਫਾਰ ਐਗਜ਼ਾਮਪਲ ਬੰਬੇ ਹੈ, ਤਾਂ ਜਿਹੜਾ ਬੰਬੇ ਦੇ ਵਿੱਚ ਆਫਿਸ ਹੈ, ਜਿਹੜਾ ਕਿ ਸਾਰੀਆਂ ਇੰਡੀਆ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਿਹੜੀਆਂ ਬ੍ਰਾਂਚਾਂ ਨੇ ਉਹਨਾਂ ਨੂੰ ਕੰਟਰੋਲ ਕਰਦਾ ਹੈ। ਤਾਂ ਜਿਹੜੇ ਸ਼ਹਿਰਾਂ ਦੇ ਵਿੱਚ ਆਫਿਸਿਸ ਨੇ ਬੈਂਕਾਂ ਦੇ ਵਿੱਚ, ਉਹਨਾਂ ਨੂੰ ਆਪਾਂ ਕਹਿੰਦੇ ਆ ਬ੍ਰਾਂਚ ਆਫਿਸ। ਔਰ ਜਿਹੜਾ ਮੁੱਖ ਦਫ਼ਤਰ ਹੈ, ਜਿਹੜਾ ਕਿ ਸਾਰੀਆਂ ਬ੍ਰਾਂਚਾਂ ਨੂੰ ਕੰਟਰੋਲ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਮੁੱਖ ਦਫ਼ਤਰ ਜਾਂ ਹੈੱਡ ਆਫਿਸ। ਲੋਕੇਸ਼ਨ ਦੇ ਆਧਾਰ ਤੇ ਵੀ ਆਪਾਂ ਆਫਿਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੁੰਦਾ ਬੇਟੇ ਏਰੀਆ ਆਫਿਸ ਤੇ ਇੱਕ ਹੁੰਦਾ ਲੋਕਲ ਆਫਿਸ। ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿ ਦਿੰਦੇ ਹਾਂ ਖੇਤਰੀ ਦਫ਼ਤਰ ਤੇ ਸਥਾਨਕ ਦਫ਼ਤਰ। ਜਿਵੇਂ ਕੋਈ ਛੋਟੀ ਕੰਪਨੀ ਹੈ, ਮੰਨ ਲਓ ਇੱਕ ਸਿਰਫ ਪੰਜਾਬ ਦੇ ਵਿੱਚ ਹੀ ਕੰਮ ਕਰਦੀ ਹੈ, ਤਾਂ ਹੋ ਸਕਦਾ ਉਹਦਾ ਏਰੀਆ ਆਫਿਸ ਜਿਹੜਾ ਹੋਵੇ ਉਹ ਲੁਧਿਆਣੇ ਹੋਵੇ, ਯਾਨੀ ਏਰੀਆ ਆਫਿਸ ਹੋ ਗਿਆ ਜਿਹਦੇ ਥੱਲੇ 4-5 ਡਿਸਟ੍ਰਿਕਟ ਆਉਂਦੇ ਨੇ ਲੋਕਲ, ਜਿਹੜੇ ਉਹਦੇ ਨੇੜੇ ਨੇੜੇ ਪੈਂਦੇ ਨੇ। ਤਾਂ ਉਹ ਏਰੀਆ ਆਫਿਸ ਜਿਹੜਾ ਹੈ ਉਹਦੇ ਨੇੜੇ ਨੇੜੇ ਪੈਣ ਵਾਲੇ, ਉਹਦੇ ਨੇੜੇ ਨੇੜੇ ਅੰਡਰ ਜਿਹੜੇ 4-5 ਆਫਿਸ, 4-5 ਲੋਕੇਸ਼ਨਾਂ ਦੇ ਆਫਿਸ ਆਉਂਦੇ ਨੇ। ਲੋਕਲ ਦਫ਼ਤਰ ਜਿਹੜੇ 4-5 ਉਹਦੇ ਅੰਡਰ ਆਉਂਦੇ ਨੇ। ਜਿਵੇਂ ਹੁਣ ਆਪਾਂ ਇੱਥੇ ਗੱਲ ਕਰੀਏ, ਆਪਣੇ ਡਿਸਟ੍ਰਿਕਟ ਦੀ ਗੱਲ ਕਰੀਏ, ਤਾਂ ਆਪਣੇ ਡਿਸਟ੍ਰਿਕਟ ਦਾ ਹੈ ਜਿਹੜਾ ਰੀਜਨਲ ਆਫਿਸ ਜਾਂ ਖੇਤਰੀ ਦਫ਼ਤਰ ਜਿਹੜਾ ਉਹ ਡਿਸਟ੍ਰਿਕਟ 'ਚ ਹੋਏਗਾ, ਔਰ ਬਾਕੀ ਜਿਹੜੇ ਸਥਾਨਕ ਜਿਹੜੇ ਦਫ਼ਤਰ ਨੇ ਉਹ ਆਪਣੇ ਇੱਕ ਜਲਾਲਾਬਾਦ ਹੋਏਗਾ, ਇੱਕ ਫਾਜ਼ਿਲਕਾ ਹੋਏਗਾ, ਇੱਕ ਅਬੋਹਰ ਹੋਏਗਾ। ਤਾਂ ਇਸੇ ਤਰ੍ਹਾਂ ਇਹਨਾਂ ਤਿੰਨਾਂ ਚਾਰਾਂ ਦੇ ਉੱਪਰ ਜਿਹੜਾ ਮੇਨ ਆਫਿਸ ਹੋ ਗਿਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਖੇਤਰੀ ਦਫ਼ਤਰ। ਤਾਂ ਇਸੇ ਤਰ੍ਹਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਬੇਟੇ, ਉਹਨਾਂ ਨੂੰ ਕੰਪਨੀ ਖੋਲ੍ਹਣ ਲੱਗਿਆ ਆਪਣੀ ਕੰਪਨੀ ਨੂੰ ਰਜਿਸਟਰ ਕਰਾਉਣਾ ਪੈਂਦਾ ਹੈ, ਕਿਉਂਕਿ ਕੰਪਨੀ ਐਕਟ ਦੇ ਅਕੋਰਡਿੰਗ ਕੰਪਨੀ ਜਿਹੜੀ ਹੈ, ਜਦੋਂ ਵੀ ਤੁਸੀਂ ਕੋਈ ਕੰਪਨੀ ਬਣਾਉਂਦੇ ਹੋ ਤਾਂ ਕੰਪਨੀ ਐਕਟ 1956 ਦੇ ਅਕੋਰਡਿੰਗ ਹਰ ਕੰਪਨੀ ਦਾ ਇੱਕ ਰਜਿਸਟਰਡ ਆਫਿਸ ਹੁੰਦਾ ਹੈ। ਯਾਨੀ ਉਹਨਾਂ ਨੂੰ ਪਹਿਲੇ ਨਾਂ ਲਿਖ ਕੇ ਦੇਣਾ ਪੈਂਦਾ ਹੈ, ਦੱਸਣਾ ਪੈਂਦਾ ਹੈ। ਤਾਂ ਕੋਈ ਵੀ ਕੰਪਨੀ ਖੋਲ੍ਹਣੀ ਹੈ ਤਾਂ ਉਹਦਾ ਇੱਕ ਹੈੱਡ ਆਫਿਸ ਜਾਂ ਆਫਿਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਜਿੱਥੋਂ ਉਹ ਸਾਰੇ ਪ੍ਰਬੰਧ ਹੋਣ। ਯਾਨੀ ਜੇ ਕੋਈ ਵੀ ਕਿਸੇ ਨੇ ਤਾਲਮੇਲ ਕਰਨਾ ਹੈ ਤਾਂ ਉਹਦਾ ਇੱਕ ਪੱਕਾ ਪਤਾ ਜਿਹੜਾ ਕਿ ਇੰਟਰਨੈਟ ਦੇ ਉੱਤੇ ਜਾਂ ਆਫਿਸਿਸ ਦੇ ਵਿੱਚ ਜਿੱਥੇ ਕੰਪਨੀ ਨੂੰ ਰਜਿਸਟਰ ਕੀਤਾ ਜਾਂਦਾ ਹੈ ਉੱਥੇ ਲਿਖਿਆ ਹੁੰਦਾ ਹੈ। ਉਹ ਬਕਾਇਦਾ ਉਸ ਲੋਕੇਸ਼ਨ ਨੂੰ ਦੱਸਣਾ ਪੈਂਦਾ ਹੈ, ਉਸ ਜਗ੍ਹਾ ਨੂੰ ਦੱਸਣਾ ਪੈਂਦਾ। ਤਾਂ ਕਾਨੂੰਨੀ ਜ਼ਰੂਰਤਾਂ ਦੇ ਆਧਾਰ ਦੇ ਉੱਪਰ ਵੀ ਇੱਕ ਜਿਹੜਾ ਪਾਰਟਿਕੂਲਰ ਕਿਸੇ ਕੰਪਨੀ ਦਾ ਆਫਿਸ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਨੈਕਸਟ ਜਿਹੜੀ ਟਾਈਪ ਹੈ ਸਥਾਨ ਦੇ ਆਧਾਰ ਤੇ, ਔਨ ਦਾ ਬੇਸਿਸ ਆਫ ਪਲੇਸ। ਹੁਣ ਵੈਸੇ ਅੱਜ ਕੱਲ੍ਹ ਤਾਂ ਵੇਖੋ, ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਤਾਂ ਚੱਲਦਾ ਫਿਰਦਾ ਦਫ਼ਤਰ ਵੀ ਇੱਕ ਮੋਬਾਈਲ ਵੀ ਅੱਜ ਕੱਲ੍ਹ ਇੱਕ ਚੱਲਦਾ ਫਿਰਦਾ ਆਫਿਸ ਹੀ ਬਣ ਗਿਆ। ਯਾਨੀ ਜਿਸ ਥਾਂ ਤੇ ਬੈਠ ਕੇ ਤੁਸੀਂ ਸਾਰੇ ਪ੍ਰਬੰਧ ਚਲਾ ਸਕਦੇ ਹੋ, ਲੈਪਟਾਪ, ਇੰਟਰਨੈਟ, ਟੈਲੀਫੋਨ, ਮੋਬਾਈਲ ਦੀ ਵਰਤੋਂ ਕਰਕੇ, ਜਿਸ ਥਾਂ ਤੇ ਬਹਿ ਕੇ ਤੁਸੀਂ ਆਦੇ ਸਿਸਟਮ ਨੂੰ ਕੰਟਰੋਲ ਕਰ ਸਕਦੇ ਹੋ, ਉਹ ਇੱਕ ਉਹੀ ਸਥਾਨ ਜਿਹੜਾ ਹੈ ਜਾਂ ਉਹ ਜਗ੍ਹਾ ਹੀ ਇੱਕ ਆਫਿਸ ਬਣ ਜਾਂਦੀ ਹੈ। ਹੁਣ ਲਾਸਟ ਦੇ ਇਸ ਟੌਪਿਕ ਨੂੰ ਖਤਮ ਕਰਨ ਲੱਗਿਆ ਆਪਾਂ ਇਹ ਵੇਖਣਾ ਹੈ ਵੀ ਅੱਜ ਕੱਲ੍ਹ ਦੀ ਜਿਹੜੀ ਮਾਡਰਨ ਟ੍ਰੈਂਡਸ ਆ ਰਹੇ ਨੇ, ਅੱਜ ਕੱਲ੍ਹ ਕੀ ਨਵਾਂ ਹੋ ਗਿਆ, ਅੱਜ ਕੱਲ੍ਹ ਨਵੀਆਂ ਚੀਜ਼ਾਂ ਕੀ ਆ ਗਈਆਂ। ਹੁਣ ਆਪਾਂ ਨੂੰ ਪਤਾ ਵੀ ਪੁਰਾਣੇ ਸਮਿਆਂ ਦੇ ਵਿੱਚ ਹੱਥਾਂ ਦੇ ਨਾਲ ਕੰਮ ਕੀਤਾ ਜਾਂਦਾ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਉਸ ਵੇਲੇ ਬੈਂਕਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਹਰ ਕੰਮ ਦੇ ਵਿੱਚ ਸਾਰਾ ਕੰਮ ਲਿਖਤੀ ਹੱਥਾਂ ਦੇ ਨਾਲ ਕੀਤਾ ਜਾਂਦਾ ਸੀ। ਅੱਜ ਯੁੱਗ ਬਦਲ ਗਿਆ, ਅੱਜ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਮਸ਼ੀਨੀਕਰਨ ਯਾਨੀ ਕੰਪਿਊਟਰੀਕਰਨ ਹੋ ਗਿਆ ਹਰ ਚੀਜ਼ ਦਾ। ਹੁਣ ਤੁਸੀਂ ਬੈਂਕਾਂ ਦੇ ਵਿੱਚ ਜਾਓ ਤਾਂ ਸਾਰਾ ਕੰਮ ਕੰਪਿਊਟਰਾਂ ਤੇ ਹੋ ਰਿਹਾ, ਯਾਨੀ ਡਾਟਾ ਸਾਰਾ ਕੰਪਿਊਟਰਸ ਤੇ ਫੀਡ ਹੋ ਰਿਹਾ। ਜਿਵੇਂ ਆਪਣੇ ਸਕੂਲ ਦੀ ਗੱਲ ਕਰੀਏ ਤਾਂ ਸਾਰਾ ਕੰਮ ਜਿਹੜਾ ਅੱਜ ਕੱਲ੍ਹ ਕੰਪਿਊਟਰਸ ਤੇ ਹੋ ਰਿਹਾ। ਇਸੇ ਤਰ੍ਹਾਂ ਜਿੰਨੇ ਵੀ ਵੱਡੇ ਵੱਡੇ ਬਿਜ਼ਨਸ ਨੇ, ਸਾਰਾ ਕੰਮ ਹੁਣ ਨਵੀਂ ਟੈਕਨੋਲੋਜੀ ਦੇ ਆਉਣ ਨਾਲ ਸਾਰਾ ਕੰਮ ਕੰਪਿਊਟਰੀਕ੍ਰਿਤ ਹੋ ਚੁੱਕਿਆ ਹੈ, ਯਾਨੀ ਕੰਪਿਊਟਰਾਈਜੇਸ਼ਨ ਹਰ ਚੀਜ਼ ਦੇ ਵਿੱਚ ਹੋ ਚੁੱਕੀ ਹੈ। ਇਹ ਨਵੇਂ ਟ੍ਰੈਂਡਸ ਨੇ। ਹੁਣ ਅੱਜ ਕੱਲ੍ਹ ਜਿਹੜਾ ਹੈ ਕਾਗਜ਼ ਰਹਿਤ ਦਫ਼ਤਰ ਯਾਨੀ ਪੇਪਰਲੈਸ ਆਫਿਸਿਸ ਆ ਗਏ। ਯਾਨੀ ਬਹੁਤ ਸਾਰਾ ਕੰਮ ਜਿਹੜਾ ਹੈ ਪੈਨ ਡਰਾਈਵ, ਹਾਰਡ ਡਰਾਈਵ ਜਾਂ ਕੰਪਿਊਟਰ ਦੇ ਵਿੱਚ ਫਾਈਲਸ ਜਿਹੜੀਆਂ ਨੇ ਉਹਨਾਂ ਦਾ
चिट्ठी पत्र जिहड़ा सारा है वो कंप्यूटर्स के ईमेल्स के राही ही हो जाता है। ना तो फाइलों के ढेर लगते हैं, ना तो बहुतियां फाइलां संभालनियां बनानियां पैंदियां, सारे रिकॉर्ड जिहड़े ने वो कंप्यूटर दे विच ही हुंदे हन। तां अजकल जिहड़ा है पेपरलैस, इहनूं कहंदे आ बेटे पेपरलैस ऑफिस जिहड़े ने अज दी टैक्नोलॉजी के हिसाब नाल नਵੇਂ आ गए ने, क्योंकि जिन्ना भी रिकॉर्ड साਂਭ के रखा जाना है उन्होंने फ्लॉपीज, हार्ड ड्राइव्स या पैन ड्राइव्स दे विच या कंप्यूटर दी हार्ड ड्राइव दे विच संभाल के रखा जा सकता है। चलते फिरते ऑफिस आपां नूं पता ही है, वेखो ऑफिस दे विच नवीं तो नवीं टैक्नोलॉजी हुण जिन्नियां भी मीटिंग्स ने, वेखो साडियां तुहाडियां जूम मीटिंग्स, वीडियो लैक्चरस, ये सारा कुछ टैक्नोलॉजी जिहड़ी है ये सारी कुछ समय की लोड़ बन गई। हुण सारा कुछ जिहड़ी जूम के थ्रू आपां मीटिंग्स कर रहे हैं, जिहड़ियां अगे जिवें हुण साडे प्रिंसीपल सर ने मान लो साडे नाल कोई मीटिंग करनी हुंदी है तां बजाए सारिਆਂ ਨੂੰ ਉੱਥੇ ਸਕੂਲ 'ਚ ਬੁਲਾਉਣ ਦੇ, ਉਹ ਸਾਡੇ ਨਾਲ ਜ਼ੂਮ ਮੀਟਿੰਗ ਕਰ ਲੈਂਦੇ ਨੇ। ਅਸੀਂ ਵੀ ਕਈ ਵਾਰ ਤੁਹਾਡੇ ਨਾਲ ਜ਼ੂਮ ਮੀਟਿੰਗ ਤੇ ਗੱਲਾਂ ਬਾਤਾਂ ਕਰ ਲੈਂਦੇ ਹਾਂ। ਤੁਹਾਡੀਆਂ ਕਿੰਨੀਆਂ ਵੇਖੋ ਅੱਜ ਪੜ੍ਹਾਉਣਾ ਹੋਵੇ ਤਾਂ ਆਪਾਂ ਜ਼ੂਮ ਮੀਟਿੰਗ ਦੇ ਰਾਹੀਂ ਪੜ੍ਹਾ ਸਕਦੇ ਹਾਂ। ਤਾਂ ਇਹ ਸਾਰੀ ਨਵੀਂ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲੋਜੀ ਦਾ ਜਿਹੜਾ युग है, इनफॉर्मेशन टैक्नोलॉजी ने, इंटरनेट ने दफ्तरां दे काम काज दे विच बड़ी तब्दीली लै आंदी है। यानी जिहड़ियां वड्डियां वड्डियां बिल्डिंगां दे विच बैठ के हज़ारां या 100 इंपलॉइज़ काम करदे सी, उस काम नूं हुण मशीनीकरण दे सिस्टम दे नाल, कंप्यूटराइजेशन दे सिस्टम दे नाल आपां थोड़े इंपलॉइज़ रख के भी उस काम नूं चला सकते हाँ। ये बेटे नवे ट्रेंड्स ने जिहड़े कि अजकल नवी टैक्नोलॉजी जिहड़ी है यूज़ होण लग गई है। तो ये बेटे लगभग तुहाडा पहला चैप्टर खत्म है। उम्मीद करदा हाँ इस नूं तुसीं चंगी तरह करोगे और इहदी जिहड़ी बैक एक्सरसाइज है जिहदे विच तुहाडे छोटे छोटे प्रश्न दिते गए हैं और खाली थावां हन और मल्टीपल चॉइस क्वेश्चनस हैं और जिहड़े शॉर्ट क्वेश्चनस ते ईवन 1-2 क्वेश्चन वड्डे भी ये तुसीं करने हैं। उम्मीद करता हाँ तुहानूं ये लैसन चंगी तरह समझ आएगा। बहुत बहुत शुक्रिया, बहुत बहुत धन्यवाद।